ਗੁਰੂ ਸਾਹਿਬ ਜੀ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ स्वामी, मैं मूर्ख कहन न जाय। तेरे गुण गावा देह बुझाई, गुण गावा तेरे गुण गावा देह बुझाई। जैसे सच में रहूं रजाई, भादोए भरम पुलाणिया दूजा लगाए। लख सिंगार बनाया कारज नाही केत। जित दिन दे बिन ससी तित बेले कैसन प्रेत। पकड़ चलायन दूत जम किसे न देनी भेत। छड़ खड़ोते खिने माहे जिन स्यों लगा है। हथ मरोड़े तन कपे शाहो आसे। जेहा बीजे सोलू कर्मा सदड़ा खेत। नानक प्रभ शरणागति चरण बोहित प्रभ दे। से भादोए नरक ना पाइया गुर रखण वाला हेत। परम सम्मान जुगो जुग अकाल सतगुरु ਸਾਹਿਬ ਗੁਰੂ ਗ੍ਰੰਥ ਸਾਹਿਬ जी महाराज जी ਦੇ पावन चरणों ਵਿੱਚ ਸੁਭਾਇਮਾਨ ਹੋ ਬੈਠੇ गुरमुख प्यारे सतसंगी जनों, आप जी अति वडभागे हो जो कि भादो के महीने की रौनकों के विशेष दीवान दियाँ हाजरियां भर के सतगुरु जी वालों बख्शिया होया अमोलक मनुखा जन्म सफल कर रहे हो। आप जी ने हुणे गुरु अर्जन साहब जी महाराज जी का उच्चारण किया होया भादो महीने के संबंध में उच्चारण किया शब्द जिहदे सतगुरु जी सानू गुरमत की सोझी बख्शिश कर रहे हैं। आओ इस शब्द की विचार साझी करने तो पहला आप जी जिन्हें भी सतगुरु जी के सत्कार में जुड़ बैठे हो गुरु बख्शी फतेह प्रवान करो। सारे आखो जी वाहिगुरू जी का खालसा वाहिगुरू जी की फतेह। भादोए भरम भुलाणिया दूजा लगा हेत। सावन का महीना इस तरह है कि हर पासे हरियावल ही हरियावल। कुदरती तौर पर भादो का महीना कदे एकदम बरसात आ जाती है, एकदम गर्मी लगती है। दो भाव का महीना है। बड़े सोहने सतगुरु ने इत्थे लफ्ज वरते हैं भादोए। भादो दे विच तुसीं सहज पाठ करते हो 12 माह जिहड़ा सतगुरु ने उच्चारण किया। जिन्ने भी शब्दों के महीने सतगुरु ने उच्चारण किए हैं उहदे आखिरी अखर के नाल सतगुरु ने सिहारी लाई। चाहे चेत है चेत के तत्ते नूं सिहारी है, विसाख है विसाख के खखे नूं सिहारी है, जेठ के ठट्ठे नूं सिहारी है। हाँ असाड़ दे विच नहीं, क्योंकि असाड़ तपंदा उहदा अर्थ होर बनदा। सौण के सावण के नाणे नूं सिहारी है। इत्थे हुण भादों के ईड़ी नूं सिहारी है। अगे भी तुसीं सारे शब्द पढ़ोगे
ਜਿਹੜੇ ਅਗਲੇ ਆਉਣ ਵਾਲੇ ਮਹੀਨੇ ਹਨ। ਅੱਸੂ ਹੈ, ਅਸੁਣ ਨੰਨੇ ਨੂੰ ਸਿਹਾਰੀ ਹੈ, ਕੱਤਕ ਦੇ ਕੱਕੇ ਨੂੰ ਸਿਹਾਰੀ ਹੈ, ਫਿਰ ਮੱਘਰ ਆਏਗਾ, ਮੱਘਰ ਦੇ ਰਾਰੇ ਨੂੰ ਸਿਹਾਰੀ ਹੈ, ਫਿਰ ਅੱਗੇ ਆ ਗਿਆ ਪੋਹ ਦੇ ਹਾਹੇ ਨੂੰ ਸਿਹਾਰੀ ਹੈ, ਮਾਘ ਦੇ ਘੱਗੇ ਨੂੰ ਸਿਹਾਰੀ ਹੈ, ਤੇ ਅੱਗੇ ਫਲਗੁਣ ਦੇ ਨਾਣੇ ਨੂੰ ਸਿਹਾਰੀ। ਇਹਦਾ ਅਰਥ ਇਹ ਹੁੰਦਾ ਕਿ ਵਿੱਚ ਭਾਦੋਵੇਂ ਦੋ ਭਾਵ ਜਦੋਂ ਬਣ ਜਾਂਦੇ, ਕੀ ਬਣ ਜਾਂਦਾ? ਸਤਿਗੁਰੂ ਕਹਿੰਦੇ ਭਰਮ ਬਣ ਜਾਂਦਾ। ਇਹ ਤਿੰਨ ਚੀਜ਼ਾਂ ਨਾਲ ਦਿੱਤੀਆਂ, ਭਾਦੋਵੇਂ ਭਰਮ ਪੁਰਾਣੀਆਂ ਦੂਜੇ ਲੱਗਾ ਹੇਤ। ਹੁਣ ਭਰਮ ਕੀ ਹੈ? ਭਰਮ ਦੀ ਪਰਿਭਾਸ਼ਾ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ। ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ। ਭਰਮ ਕੀ ਹੈ? ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਅਸੀਂ ਮੰਨੀ ਬੈਠੇ ਹਾਂ ਉਹ ਨਹੀਂ ਹੈ, ਇਹ ਭਰਮ ਹੈ ਨਾ, ਜੋ ਅਸੀਂ ਮੰਨੀ ਬੈਠੇ। ਜੋ ਹੋਇਆ ਹੀ ਨਹੀਂ ਹੈ ਉਸ ਨੂੰ ਜੀਵਨ ਦੇ ਵਿੱਚ ਮੰਨ ਲਿਆ। ਜਦੋਂ ਸ਼ਬਦ ਦੀ ਰਮਤਾ ਕੀਤੀ ਭਗਤ ਰਵਿਦਾਸ ਜੀ ਨੇ, ਕਹਿੰਦੇ ਹੁਣ ਭਰਮ ਕੀ ਹੈ? ਭਰਮ ਇਹ ਹੈ ਕਿ ਮੈਂ ਹੀ ਮੈਂ ਹਾਂ, ਹੋਰ ਕੁਛ ਵੀ ਨਹੀਂ ਹੈ, ਪਰਮਾਤਮਾ ਵੀ ਨਹੀਂ ਹੈ। ਤੇ ਜਿੱਦਣ ਤੱਕ ਸਾਡੇ ਵਿੱਚ ਮੈਂ ਆ, ਉਹਨੇ ਤੱਕ ਪਰਮਾਤਮਾ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ। ਜਦੋਂ ਭਰਮ ਖਤਮ ਹੋ ਗਿਆ ਫਿਰ ਅਬ ਤੂੰ ਹੀ ਮੈਂ ਨਾ ਹੀ। ਹੁਣ ਜਿਹੜੀਆਂ ਪਾਣੀ ਵਿੱਚੋਂ ਲਹਿਰਾਂ ਉੱਠਦੀਆਂ ਸਮੁੰਦਰ ਵਿੱਚ, ਉਹਨਾਂ ਨੂੰ ਭਰਮ ਆ ਵੀ ਅਸੀਂ ਅਲੱਗ ਹਾਂ, ਪਰ ਹੈ ਤਾਂ ਪਾਣੀ ਵਿੱਚ ਪਾਣੀ। ਅਨਲ ਅਗਮ ਜੈਸੇ ਲਹਿਰ ਮੇ ਉਦਤ ਜਲ ਕੇਵਲ ਜਲ ਮੈਂ। ਵੀ ਜਿੰਨੇ ਤੱਕ ਅਸੀਂ ਆਪਣੀ ਹੋਂਦ ਅਲੱਗ ਪ੍ਰਗਟ ਕਰਦੇ ਹਾਂ ਕਿ ਅਸੀਂ ਅਲੱਗ ਹਾਂ, ਪਰਮਾਤਮਾ ਅਲੱਗ ਹੈ। ਜਬ ਹਮ ਹੋਤੇ ਤਬ ਤੂੰ ਨਹੀਂ। ਬੜੀ ਸੋਹਣੀ ਕਹਾਣੀ ਕਿਸੇ ਨੇ ਲਿਖੀ। ਇੱਕ ਪਿੰਡ ਦੇ ਵਿੱਚ ਨਾ ਇੱਕ ਮਾਤਾ ਸੀ, ਤੇ ਪਿੰਡ ਵਾਲਿਆਂ ਨੂੰ ਬੜੀ ਪਰੇਸ਼ਾਨ ਕਰਦੀ ਸੀ। ਇੱਕ ਤਾਂ ਬੋਲਦੀ ਬੜਾ ਖਰਬਾ ਜਿਹਾ ਸੀ, ਤੇ ਦੂਸਰਾ ਲੋਕਾਂ ਦੀਆਂ ਘਰ ਘਰ ਜਾ ਕੇ ਲੜਾਈਆਂ ਕਰਾ ਦੇਣੀਆਂ। ਸੱਸ ਨੂੰ ਨਹੁੰ ਦੇ ਨਾਲ ਲੜਾ ਦੇਣਾ, ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾ ਦੇਣਾ। ਪਿੰਡ ਵਾਲੇ ਬੜੇ ਪਰੇਸ਼ਾਨ। ਉਹਨਾਂ ਨੇ ਆਖਿਆ ਵੀ ਮਾਤਾ ਤੈਨੂੰ ਇੱਦਾਂ ਕਰਦੇ ਹੋ, ਭਲੇ ਲੋਕ ਸਨ ਪੁਰਾਣੇ ਸਮੇਂ ਵਿੱਚ, ਵੀ ਮਾਤਾ ਤੈਨੂੰ ਪਿੰਡ ਤੋਂ ਬਾਅਦ ਨਾ ਇੱਕ ਛੋਟਾ ਜਿਹਾ ਮਕਾਨ ਬਣਾ ਕੇ ਦੇ ਦਿੰਦੇ, ਤੂੰ ਉੱਥੇ ਰਿਹਾ ਕਰ। ਉਹ ਕਹਿੰਦੀ ਭਾਵੇਂ ਉੱਥੇ ਰਵਾਂ, ਪਰ ਜੀਣ ਤੁਹਾਨੂੰ ਫੇਰ ਵੀ ਨਹੀਂ ਦੇਣਾ ਮੈਂ, ਕਿਉਂਕਿ ਮੇਰੇ ਕੋਲ ਮੁਰਗਾ ਹੈ, ਇਹ ਬਾਗ ਨਹੀਂ ਦੇਗਾ, ਉਹਨੇ ਤਾਂ ਕਰਦੇ ਚੜ੍ਹਨੇ ਕੋਈ ਨਹੀਂ ਹੈ। ਹੁਣ ਕਈਆਂ ਨੂੰ ਇਹੀ ਭਰਮ ਹੁੰਦਾ ਮੈਂ ਹੀ ਕੁਛ ਕਰ ਰਿਹਾ, ਸਭ ਕੁਝ ਮੈਂ ਹੀ ਕਰ ਰਿਹਾ। ਉਹ ਕਹਿੰਦਾ ਕਿ ਮਾਤਾ ਜੋ ਕਰਨਾ ਤੂੰ ਕਰ ਲੈ। ਉਹਨੂੰ ਘਰ ਬਣਾ ਕੇ ਦੇ ਦਿੱਤਾ। ਮੁਰਗਾ ਉਹਦੇ ਕੋਲ ਸੀ। ਉਹਨੇ ਅੱਜ ਕੀ ਕੀਤਾ ਵੀ ਇਹਨਾਂ ਨੇ ਦਿਨ ਨਹੀਂ ਚੜ੍ਹਨ ਦੇਣਾ, ਮੁਰਗੇ ਦਾ ਮੂੰਹ ਬੰਨ੍ਹ ਦਿੱਤਾ। ਉਹ ਦਿਨ ਤਾਂ ਫਿਰ ਚੜ੍ਹ ਗਿਆ, ਸੂਰਜ ਚੜ੍ਹ ਗਿਆ। ਤੇ ਪਿੰਡ ਵਾਲੇ ਇਕੱਠੇ ਹੋ ਗਏ, ਮਾਤਾ ਇੱਦਾਂ ਨਹੀਂ ਹੁੰਦਾ, ਸੂਰਜ ਚੜ੍ਹਦਾ ਤਾਂ ਮੁਰਗਾ ਬਾਂਗ ਦਿੰਦਾ, ਇਹ ਨਹੀਂ ਕਿ ਬਾਂਗ ਦਿੰਦਾ ਤਾਂ ਸੂਰਜ ਚੜ੍ਹਦਾ ਹੈ। ਇਹ ਭੁਲੇਖਾ ਕਈਆਂ ਦਾ ਵੀ ਮੈਂ ਕਰ ਰਿਹਾ ਤਾਂ ਹੋ ਰਿਹਾ ਹੈ। ਕਹਿੰਦੇ ਜਬ ਹਮ ਹੋਤੇ, ਮੁਰਗਾ ਮਰ ਗਿਆ, ਮੂੰਹ ਬੰਦ ਦਿੱਤਾ, ਮੁਰਗਾ ਮਰ ਗਿਆ, ਪਰ ਉਹ ਸੂਰਜ ਤਾਂ ਚੜ੍ਹੇ ਜਾਣਾ ਸੀ। ਤੇ ਇਹ ਵੀ ਭੁਲੇਖਾ ਹੈ। ਸਤਿਗੁਰੂ ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਅੱਗੇ ਉਦਾਹਰਨ ਦਿੱਤੀ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਇੱਕ ਰਾਜਾ ਸੀ, ਸਿੰਘਾਸਣ ਤੇ ਬੈਠੇ ਸੌਂ ਗਿਆ, ਸੁਪਨੇ ਵਿੱਚ ਭਿਖਾਰੀ ਬਣ ਗਿਆ। ਹੈ ਤਾਂ ਭਰਮ ਹੀ ਹੈ। ਇਹ ਹਾਲਤ ਸਾਡੀ ਹੈ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਰਾਜ ਭਿਅੰਗ ਪ੍ਰਸੰਗ ਹੈ। ਇੱਥੇ ਰਾਜ ਦਾ ਅਰਥ ਕੋਈ ਰਾਜਾ ਨਹੀਂ, ਇੱਥੇ ਰਾਜ ਦਾ ਅਰਥ ਹੈ ਰੱਜੂ, ਭਾਵ ਰੱਸੀ। ਕਈ ਵੇਲੇ ਹਨੇਰੇ ਵਿੱਚ ਰੱਸੀ ਪਈ ਹੋਵੇ ਤਾਂ ਸੱਪ ਲੱਗਦਾ। ਕਈ ਵੇਲੇ ਆਪਾਂ ਸੜਕ 'ਤੇ ਜਾਂਦੇ ਹਾਂ, ਇੱਦਾਂ ਲੱਗਦਾ ਵੀ ਕਿਤੇ ਪਾਣੀ ਖੜ੍ਹਾ ਹੈ, ਸੜਕ ਦੇ ਉੱਪਰ ਪਾਣੀ ਖੜ੍ਹਾ ਹੈ, ਪਰ ਉਹ ਜਿਹੜੀਆਂ ਸੂਰਜ ਦੀਆਂ ਕਿਰਨਾਂ ਧਰਤੀ ਨਾਲ ਸਪਰਸ਼ ਕਰਦੀਆਂ ਤੇ ਚਮਕਦਾ ਹੈ, ਪਰ ਪਾਣੀ ਨੂੰ ਦੇਖ ਭਰਮ ਹੈ। ਰਾਜ ਭਿਅੰਗ ਪਰ ਸੰਗ ਜੈਸੇ ਹੈ। ਭਿਅੰਗ ਕਹਿੰਦੇ ਸੱਪ ਨੂੰ। ਹੁਣ ਪਤਾ ਲੱਗ ਗਿਆ ਵੀ ਜਦੋਂ ਗੁਰੂ ਦੀ ਸਮਝ ਲਈ ਵੀ ਸੱਪ ਕੀ ਹੁੰਦਾ ਤੇ ਰੱਸੀ ਕੀ ਹੁੰਦੀ। ਰਾਜ ਭਿਅੰਗ ਪਰ ਸੰਗ ਹੈ ਜੈਸੇ ਹੈ, ਅਬ ਕਛ ਮਰਮ ਜਣਾਇਆ, ਅਨ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ। ਆਖਰ ਵਿੱਚ ਕਹਿੰਦੇ ਸਰਬ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵਹਿ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਰੱਬ ਦੂਰ ਨਹੀਂ ਹੈ, ਇਹ ਭਰਮ ਛੱਡ ਦਿਓ, ਰੱਬ ਤੁਹਾਡੇ ਹਿਰਦੇ ਘਰ ਦੇ ਵਿੱਚ ਬੈਠਾ। ਤੇ ਇਹਦੇ ਵਿੱਚ ਮਨੁੱਖ ਭਟਕਣਾ ਦੇ ਵਿੱਚ ਪੈ ਗਿਆ। ਜਿੱਦਣ ਅਸੀਂ ਦੋ ਭਾਵ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ, ਭਾਵ ਦੋਵੇਂ ਭਰਮ ਭੁਲਾਣੀਆਂ। ਵੀ ਇੱਕ ਗਲਤੀ ਹੋਰ ਕਰ ਲਈ, ਦੂਜੇ ਲੱਗਾ ਹੇਤ। ਜਦੋਂ ਅਸੀਂ ਭਰਮਾਂ ਦੇ ਵਿੱਚ ਹਾਂ ਫਿਰ ਦੂਜੇ ਨਾਲ ਹੇਤ ਪੈ ਜਾਂਦਾ। ਹੁਣ ਦੂਜਾ ਕੌਣ? ਪਹਿਲਾ ਕੌਣ ਹੈ? ਪਹਿਲਾ ਤਾਂ ਇੱਕ ਰੱਬ ਹੈ, ਪਰਮਾਤਮਾ। ਦੂਸਰਾ ਉਹ ਹੈ ਜੋ ਪਰਮਾਤਮਾ ਨੂੰ ਛੱਡ ਕੇ ਜਿਹਦੇ ਨਾਲ ਅਸੀਂ ਨੇਹ ਪਾ ਲੈਂਦੇ ਹਾਂ।
ਅਕਾਲ ਪੁਰਖ ਨੂੰ ਛੱਡ ਕੇ ਉਹਦੇ ਵਿੱਚ ਕੁਝ ਵੀ ਹੋ ਸਕਦਾ। ਧੀਆਂ ਪੁੱਤਰ ਵੀ ਹੋ ਸਕਦੇ, ਮਹਿਲ ਮਾੜੀਆਂ ਵੀ ਹੋ ਸਕਦੀਆਂ ਹਨ, ਦੁਨੀਆ ਦੇ ਆਹ ਕਰਮ ਕਾਂਡ ਵੀ ਹੋ ਸਕਦੇ ਹਨ। ਦੂਜੇ ਲੱਗਾ ਹੇਤ, ਉਹਦੇ ਵਿੱਚ ਬਹੁਤ ਕੁਛ ਹੈ। ਦੂਜਾ ਜਿੱਦਣ ਰੱਬ ਨੂੰ ਭੁਲਾ ਦੇਣਾ, ਪਰਮਾਤਮਾ ਨੂੰ ਭੁਲਾ ਦੇਣਾ, ਤੇ ਦੂਜੇ ਲੱਗਾ ਹੇਤ। ਉਹ ਦੂਸਰਾ ਜਿੱਦਣ ਸਾਡੇ ਜੀਵਨ ਵਿੱਚ ਦੋ ਭਾਵ ਆ ਜਾਂਦੇ, ਜਦੋਂ ਅਸੀਂ ਦੁਬਿਧਾ ਦੇ ਵਿੱਚ ਹਾਂ, ਕਦ ਸਾਨੂੰ ਕੁਝ ਵੀ ਸੁੱਝਦਾ ਨਹੀਂ ਹੈ ਜੀਵਨ ਦੇ ਵਿੱਚ, ਫਿਰ ਭਰਮ ਹੀ ਭਰਮ ਹੈ। ਜੇ ਦੂਜੇ ਲੱਗਾ ਹੈ, ਸਤਿਗੁਰੂ ਨੇ ਤਾਂ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ, ਕਹਿੰਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ। ਉਹ ਤਾਂ ਡੁੱਬ ਜਾਂਦੇ ਆ ਜਿਹੜੇ ਦੂਸਰੇ ਹੇਤ ਵਿੱਚ ਜੀਵਨ ਬਤੀਤ ਕਰਦੇ। ਸਾਨੂੰ ਤਾਂ ਇੱਕ ਦੇ ਨਾਲ ਜੋੜਿਆ, ਇੱਕ ਤੋਂ ਹੀ ਆਰੰਭਤਾ ਕੀਤੀ ਗਈ ਬਾਣੀ। ਜਦੋਂ ਅਸੀਂ ਇੱਕ ਦੇ ਨਾਲ ਜੁੜਾਂਗੇ, ਬੜੀ ਸੋਹਣੀ ਉਦਾਹਰਣ ਸਿੱਖ ਕੌਮ ਦੇ ਮਹਾਨ ਵਿਦਵਾਨ ਗੁਰਮਤਿ ਮਾਰਤੰਡ ਆਪਣੇ ਸਮੇਂ ਦੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਵੀ ਜਿਨ੍ਹਾਂ ਨੇ ਸੇਵਾ ਕੀਤੀ, ਬਾਬਾ ਭਾਈ ਗੁਰਦਾਸ ਸਾਹਿਬ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿੰਦੇ ਹੁਣ ਸ਼ੀਸ਼ਾ ਤਿਆਰ ਹੋਣਾ ਹੋਵੇ ਨਾ, ਜਦੋਂ ਹੁਣ ਆਪਾਂ ਦਸਤਾਰੇ ਸਜਾਉਣੀ ਹੈ ਤੇ ਇੱਕ ਸ਼ੀਸ਼ਾ ਰੱਖ ਕੇ ਸਜਾਵਾਂਗੇ ਤਾਂ ਚੰਗੀ ਤਰ੍ਹਾਂ ਅਸੀਂ ਤਿਆਰ ਹੋ ਸਕਦੇ। ਹੁਣ ਜੇ ਇੱਕ ਸ਼ੀਸ਼ਾ ਸਾਹਮਣੇ ਰੱਖ ਲਓ, ਇੱਕ ਪਿੱਛੇ ਰੱਖ ਲਓ, ਫਿਰ ਉਹਦਾ ਪਰਛਾਵਾਂ ਪਈ ਜਾਣਾ ਤੇ ਤਿਆਰ ਨਹੀਂ ਹੋ ਸਕਦਾ। ਦੋਏ ਦਰਪਣ ਦੇਖੇ ਏਕ ਸੇ ਅਨੇਕ ਰੂਪ, ਤਾਂ ਕਿੰਨੀਆਂ ਸ਼ਕਲਾਂ ਦਿਖਣਗੀਆਂ। ਤੇ ਜਿਹੜੇ ਅੱਗੇ ਸਿਆਣਿਆਂ ਦਾ ਵੀ ਕਥਨ ਹੁੰਦਾ ਸੀ ਨਾ, ਵੀ ਜਿਹੜਾ ਬੰਦਾ ਦੋ ਬੇੜੀਆਂ ਵਿੱਚ ਪੈਰ ਰੱਖਦਾ ਨਾ, ਉਹ ਡੁੱਬ ਜਾਂਦਾ। ਵੀ ਇੱਧਰ ਵੀ ਪੈਰ ਰੱਖ ਲਈਏ, ਇੱਧਰ ਵੀ ਪੈਰ ਰੱਖ ਲਈਏ, ਤੇ ਉਹ ਕਦੇ ਪਾਰ ਨਹੀਂ ਹੁੰਦਾ। ਦੋਏ ਨਾਵ ਪਾਵ ਤਰੇ ਪਹੁੰਚੇ ਨਾ ਪਾਰ ਹੈ, ਉਹ ਕਦੇ ਵੀ ਪਾਰ ਨਹੀਂ ਹੁੰਦਾ, ਡੁੱਬ ਜਾਂਦਾ ਹੈ। ਅੱਗੇ ਬੜੀ ਸੋਹਣੀ ਉਦਾਹਰਨ ਦਿੱਤੀ, ਤੀਸਰੀ ਉਦਾਹਰਨ। ਇੱਕ ਬੰਦਾ ਜਾ ਰਿਹਾ ਸੀ, ਖੱਡੇ ਦੇ ਵਿੱਚ ਡਿੱਗ ਪਿਆ। ਹੁਣ ਬੰਦੇ ਆਏ ਕੱਢਣ ਵਾਸਤੇ, ਇੱਧਰ ਬਾਂਹ ਫੜਾ ਰਿਹਾ, ਇੱਕ ਨੂੰ ਇੱਧਰ ਫੜਾ ਰਿਹਾ, ਉਹ ਇੱਧਰ ਖਿੱਚ ਰਿਹਾ, ਉਹ ਇੱਧਰ ਖਿੱਚ ਰਿਹਾ। ਨਿਕਲੇਗਾ ਕਿੱਦਾਂ? ਨਿਕਲੇਗਾ ਤਾਂ ਵੀ ਇੱਕ ਨੂੰ ਫੜਾ ਦਿਓ ਹੱਥ ਤੇ ਉਹ ਬਾਹਰ ਕੱਢ ਲੈ, ਦੋਨੇ ਹੱਥ ਇੱਕ ਨੂੰ ਫੜਾ ਦਿਓ। ਤੇ ਉਹ ਡਿੱਗ ਪਿਆ ਖੱਡੇ ਵਿੱਚ। ਤੇ ਉਹਦਾ ਕਾਰਨ ਕੀ ਸੀ? ਦੋਏ ਦਿਸ਼ਾ ਗਏ ਗਹਾਏ ਹੱਥ ਪਾਉ ਟੁੱਟੇ। ਉਹ ਹੱਥ ਪਾਰ ਤੋੜ ਕੇ ਰੱਖ ਦੇਣਗੇ, ਜੇ ਇੱਧਰ ਹੱਥ ਫੜਾ ਦਿਓ, ਇੱਕ ਨੂੰ ਇੱਧਰ ਫੜਾ ਦਿਓ। ਤੇ ਅੱਗੇ ਚਲੇ ਗਿਆ, ਰਸਤੇ ਵਿੱਚ ਜਾ ਰਿਹਾ, ਅੱਗੇ ਦੋ ਰਸਤੇ ਆ ਗਏ, ਪਤਾ ਹੀ ਨਹੀਂ ਜਾਣਾ ਕਿੱਥੇ ਹੈ। ਦੋਏ ਰਾਏ ਦੋਏ ਚਿੱਤੇ ਭੂਲ ਪਗ ਤਾਰ ਹੈ। ਤੇ ਅੱਗੇ ਜਾ ਕੇ ਪਤਾ ਲੱਗਦਾ ਵੀ 20-25 ਕਿਲੋਮੀਟਰ ਅੱਗੇ ਆ ਕੇ ਫਿਰ ਵਾਪਸ ਜਾਣਾ। ਦੋਏ ਰਾਏ ਦੋਏ ਚਿੱਤੇ ਭੂਲ ਪਗ ਤਾਰ ਹੈ, ਦੋਏ ਭੂਪਣ ਤਾਂ ਕਿ ਪਰ ਜਾਣਾ ਸੁਖੀ ਹੋਤ। ਹੁਣ ਜਿਸ ਸਟੇਟ ਦਾ, ਜਿਸ ਪਿੰਡ ਦੇ ਦੋ ਰਾਖੇ ਹੋ ਜਾਣ ਤੇ ਉਹ ਪਿੰਡ ਦੇ ਲੋਕ ਕਿੱਦਾਂ ਸੁੱਖ ਬਤੀਤ ਕਰਨ। ਦੋਏ ਪੁਰਖਣ ਤਾਂ ਕਿ ਕੁੱਲਾ ਬੱਧੂ ਨਾਰ ਹੈ। ਜਿਹੜੀ ਇਸਤਰੀ ਦੇ ਦੋ ਪਤੀ ਹੋਣ, ਉਹਨੂੰ ਵੀ ਸਮਾਜ ਚੰਗਾ ਦਰਜਾ ਨਹੀਂ ਦਿੰਦਾ। ਤੇ ਇਸੇ ਤਰ੍ਹਾਂ ਜਿਹੜੇ ਇੱਕ ਨੂੰ ਛੱਡ ਦਿੰਦੇ ਆ, ਦੋ ਭਾਵ ਦੇ ਵਿੱਚ ਜੀਵਨ ਬਤੀਤ ਕਰਦੇ ਆ, ਆਖਿਰ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹੇ। ਟੇਵ ਕਹਿੰਦੇ ਚੱਸ ਪੂਰਾ ਕਰਨਾ, ਚੱਸ ਪੂਰਾ ਕਰਨਾ ਵੀ ਚਲੋ ਆ ਵੀ ਕੰਮ ਕਰਕੇ ਦੇਖੋ। ਗੁਰ ਸਿੱਖ ਹੋਵੇ ਗੁਰੂ ਨਾਨਕ ਦਾ ਸਿੱਖ, ਹੋਵੇ ਗੁਰੂ ਗੋਬਿੰਦ ਸਿੰਘ ਦਾ ਸਿੱਖ, ਤੇ ਬੰਨੀ ਫਿਰਦਾ ਹੋਵੇ ਹੱਥ ਦੇ ਲਾਲ ਧਾਗੇ, ਕੜੇ ਵੀ ਪਾਏ ਹੋਣ, ਤੇ ਉਹ ਜੀਵਨ ਜਿਹੜਾ ਗੁਰ ਸਿੱਖ ਹੋਏ ਆਣ ਦੇਵ ਸੇਵ ਟੇਵ ਕਹੇ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ। ਉਹਦਾ ਸੰਸਾਰ ਦੇ ਵਿੱਚ ਆਉਣਾ ਹੀ ਤਰਕਾਰ ਹੈ। ਭਾਦੋਏ ਪਰਮ ਭੁਲਾਣੀਆਂ, ਇਹ ਭਰਮ ਹੈ। ਭਾਦੋਏ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ। ਅੱਗੇ ਸਤਿਗੁਰੂ ਕਹਿੰਦੇ ਇੱਕ ਹੋਰ ਭਰਮ ਹੈ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਉਹ ਲੱਖਾਂ ਸ਼ਿੰਗਾਰ, ਜਿੰਨੇ ਤੱਕਰ ਹੁਣ ਬੱਚੀ ਕੁਵਾਰੀ ਬੱਚੀ ਹੋਵੇ ਨਾ, ਉਹ ਸੁਹਾਗ ਦੇ ਕੱਪੜੇ ਪਾਏ ਹੋਣ ਉਸਨੇ, ਤੇ ਉਹਨੂੰ ਸਮਾਜ ਕੋਈ ਚੰਗਾ ਦਰਜਾ ਥੋੜ੍ਹੇ ਦੇ। ਜੇ ਸਾਡੇ ਕੋਲ ਰੱਬ ਦੀ ਪ੍ਰਾਪਤੀ ਨਹੀਂ ਹੈ, ਰੱਬ ਨਾਲ ਪਿਆਰੇ ਨਹੀਂ ਹੈ, ਜੇ ਅਸੀਂ ਧਾਰਮਿਕ ਪਹਿਰਾਵੇ ਪਾਈ ਫਿਰਦੇ ਹਾਂ, ਤੇ ਉਹ ਸਿਰਫ ਦਿਖਾਵਾ ਹੈ। ਭੇਖ ਦਿਖਾਇਓ ਜਗਤ ਕੋ ਲੋਗਣ ਕੋ ਵਸ ਕੀ। ਲੱਖ ਸ਼ਿੰਗਾਰ ਬਣਾਇਆ, ਇਹ ਕਿਸੇ ਕੰਮ ਨਹੀਂ ਹੈ। ਕਾਰਜ ਨਾਹੀ ਕੇਤ, ਸਤਿਗੁਰੂ ਨੇ ਤਾਂ ਸਪਸ਼ਟ ਕਿਹਾ। ਬ੍ਰਾਹਮਣ ਮਿਲ ਗਿਆ ਗੁਰੂ ਸਾਹਿਬ ਜੀ ਨੂੰ, ਕਹਿਣ ਲੱਗਾ ਜੀ ਮੈਂ ਪੂਰਾ ਹਾਂ। ਕਿਉਂ ਪੂਰਾ? ਕਹਿਣ ਲੱਗਾ ਜੀ ਦੇਖੋ ਮੈਂ ਜਨੇਊ ਪਾਇਆ, ਮੈਂ ਧੋਤੀ ਲਾਈ ਆ, ਮੈਂ ਟਿੱਕੇ ਲਾਏ ਆ। ਸਤਿਗੁਰੂ ਨੇ ਫਿਰ ਕਿਹਾ ਉਹਨੂੰ, ਕਹਿੰਦੇ ਤਗ ਨਾ ਇੰਦਰੀ ਤਗ ਨਾ ਨਾਰੀ, ਭਲ ਕੇ ਥੁੱਕ ਪਵੇ ਨਿਤ ਤਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ,
बेतग्गा आपे वते वड धागा अवरा कते। लै भाड़ करे ब्याह, लोगों के ब्याह करता फिरदा भी वो लैंदे ना पत्तरी कढ़ते हैं। लै भाड़ करे ब्याह कढ़ कागल दसे राह, सुन वेखो लोकां ए वडान मन अंधा नाउ सुझा। मन दा अन्ना है लख सिंगार बनाया कारज नाही के। बाबा फरीद साहब जी ने कहा भी तू जे अपने आप को मुसलमान कह रहे हैं, धार्मिक चिन्ह तो धारण किए आ पर धार्मिक नहीं है। धार्मिक होना होर चीज़ है, धार्मिक दिखाना होर चीज़ है। जे असी सिर्फ बाहरी तौर पर धार्मिक हाँ, अंदरों नहीं है। सतगुरु ने कहा जियो मैले बाहरों निर्मल, बाहरों निर्मल जियो तो मैले तेरी जन्म जू है। फरीदा कन मुसला, मुसला रख लेंदे ना भी नमाज पढ़ रही है। फरीदा कन मुसला सूफ गल, वो गल दे विच भी साफा पाया होगा। सूफ गल दिल काती, दिल विच कैंची है भी लोगों को किदां ठगना है। फरीदा कन मुसला सूफ गल दिल काती गुड़ बात, गल्लां इदां करदा भी जिद्दां गुड़ खादा होंदा, मिठियां मिठियां गल्लां खादा। फरीदा कन मसाला सूफ गल दिल काती गुड़ बात, बाहर दिसे चानना दिल अंधियारी रात। इदां दा श्रृंगार गुरु नूं नहीं पाउंदा, सतगुरु महाराज उन्होंने पाउंदे आ। कहंदे दिलों मुहब्बत, जिहड़े दिलों मुहब्बत करदे अपने गुरु नाल, जिन सही सच्चिया जिन मन होर मुख होर से कांडे कच्चे। जिन्ना मर्जी बाहरला श्रृंगार बना ली, लोकी तो खुश हो जाएंगे बड़ा धार्मिक लगता है। तो धार्मिक पहरावा तो रावण भी धारण करके आया सी, सीता नूं चुक के लै गया सी, वो भी धार्मिक। हाँ उदन साडा धार्मिक पहरावा फब्बेगा, उदन धार्मिक पहरावा दुनिया में सोहना लगेगा जिदन असी अंदरों भी उही जे हो जाए जो असी बाहरों। तो कहते लख श्रृंगार बनाया कारज नाही के, किनू श्रृंगारदा रहा अपने शरीर में। तो एक दिन सतगुरु कहते ये दुनिया की अटल सच्चाई है। जित दिन दे बिनसी तित बेले कैसन प्रेत। इत्थे प्रेत का अर्थ भूत नहीं है, इत्थे प्रेत का अर्थ है मुर्दा। हुण की करते हैं साढ़े घरों के भी हो रहा, वैसे नहीं करना चाहिए। श्री अकाल तख्त साहब की मर्यादा है, कोई बंदा चढ़ाई कर जाए उस वेले भुंजे पा देंगे, धरती पर पा देंगे। ये साड़ी रीत नहीं है। जिथे है उन्होंने उत्थे रहन दे। कहते को डर लगन लग उही बंदा होंदा ना। कहते जी हुणे मुड़दा जित दिन दे बिनसी तित बेले कैसन प्रेत, पकड़ चलायन दूत जम किसे ना देनी भेत। हुण आपां जाने ना कितों बाहर कि घर दस के जाने भी फलानी जगह जा रहे हैं तो इन्ने दिनों बाद आ जाना, फिर उत्थे जाके भी कॉल करते हैं भी मैं पहुंच गया, फिर कॉल करते मैं आ रहा हाँ। पर जिदन ये जाना ना शरीर जाना उदन ना पता कित्थे जाना, किसी ने कॉल भी नहीं करनी तो ना वापस आना है। फिर कौन लै गया ये भी नहीं पता। पकड़ चलायन दूत जम किसे ना देनी भेत, छड़ खड़ोते खिने माहे जिन स्यों लगा हेत। वो सारे पिछे अड़ जाते जिन्हां नाल बड़ा प्यार करते, ਉਹੀ ਹੁੰਦੇ ना रिश्तेदार भरा जिन्होंने कहता जी मेरा भरा है, ये मेरी भैन है, ये मेरे पुत्र हैं, सारे साथ छड़ जाते हैं। किहने साथ देना है? वो अकाल पुरख परमात्मा ने ही साथ देना, अकाल पुरख ही साथ देना। छड़ खड़ोते खिणे माहे जिन स्यों लगा हेत, कोई भी साथी नहीं है। सतगुरु महाराज बाणी दे विच कहंदे संग सखा सब तज गए, को ना निभे साथ, कहो नानक के विपत मैं टेक एक रग। हाँ जे तो जीवन बन जाए गुरु अर्जन साहब जी वर्ग तत्ती तवी ते बैठे हैं, साईं मियाँ मीर जी आउंदे हैं, सतगुरु जी कोई भी नहीं है, तुहाडे नाल कोई भी नहीं है। गुरु साहब कहते क्यों नहीं है? मेरा परमात्मा जिहड़ा मेरे नाल हरमंदर साहब दे विच सी ना,
अज तब तत्ती तवी ते बैठा, वो है तेनू नहीं दिख रहा, वो है साजनड़ा मेरा साजनड़ा, हर नित नेड़ खलोरा मेरा साजन, मेरे कोल खड़ा है, वो मेरा परमात्मा मेरे नाल है, गुर मेरे संग सदा है नाल, वो दूर नहीं है, वो परमात्मा नेड़े है। हाँ बथेरे भज के दुनिया के विच इतिहास गवाह है। एक कहावत है पंजाब की, ना तिन्ना विच ना तेरह विच, ਉਹਦਾ बहुत बड़ा इतिहास है। ਅੱਜ जिस वेले ईसा मसीह सी ਉਹਦੇ चेले ने ਉਹਨੂੰ फड़वाया सी 30 सिक्कियां की खातर, 30 सिक्कियां की, और उस वेले जो ईसा मसीह ਨੂੰ पकड़िया गया उस वेले ਉਹਦੇ ਨਾਲ 13 चेले सन, ਉਹਦੇ 13 सारे साथ छड्ड गए, ਉਹਨੂੰ सूली ते टंग दिता। ईसाई ਜਿਹੜੇ ਆ ਅੱਜ भी 13 नंबर तो बहुत डरते आ। तुसीं चंडीगढ़ चले जाओ, अंग्रेज इंजीनियर ने बनाया नक्शा, वो 13 नंबर सैक्टर नहीं है उत्थे, इन्हां दे होटलों के विच 13 नंबर रूम नहीं हुंदा। वो इन्नी नफरत कर, ना तिन्नां विच ना 13 विच। हुण गुरु तेग बहादुर साहब के सामने 3 हैं, भाई मती दास जी, भाई सती दास जी, भाई दयाला। वो की कहते हैं, सिर जावे तां जावे मेरा सिੱਖੀ सिदकना। वो चले जाते हैं जिन्हां नाल असीं बाहरों नेहो जोड़िया है, पर नहीं जिहड़े अंदरों नेहो जोड़ते हैं ना, वो कदे नहीं विछड़ते, वो विछड़ जाते हैं। सतगुरु कहते छड्ड खड़ोते खिने माहे जिन स्यों लगा हेत। अज इस वेले चढ़ाई कर जाता बंदा, सतगुरु ने बाणी विच जो कहा सच है। घर वाली घर की दहलीज तक जाती है, रिश्तेदार उत्थे चक्कर चले जाते, शमशान घाट कहते की होंदा, मर कल मौत जां आपसी सब दरवाजे भन, तिन्हां प्यारे भाइयां अगे दिता बन। देखो बंदा चलिया 4 जणियां दे कन, माफ़ करना हुण तां 4 बनी, वो जाके हॉस्पिटल वाले जिन्हां नूं करोना हो जाता उद्दे ही छड्ड के उहनूं संस्कार करके आए, वो 4 बनी हथ ला रहे, 4 बनी आउणे। देखो बंदा चलिया 4 जणियां दे कन। तो जिहदे करके रब नूं भुल गया, जिहदे भरमां दे विच तूं पै गया ना, सतगुर कहते ये तेरे काम नहीं आने। छड्ड खड़ोते खिड़े माए जिन स्यों लगा हेत, जिन्हां नाल प्यार पा के बैठे। क्योंकि साडी सियाणप नहीं चलनी। तुसीं बहुत पुरानी 10-15 साल पहला न्यूज़ आई सी भोपाल की, एक उत्ते मुसलमान बच्ची सी इमराना, वो की करती सी, किसी नूं सप लड़ जाए, वो चाहती सी ते वो मुर्गा लै जाती सी, ते मुर्गा उहदा जहर पी लैंदा सी ते उहनूं मार। हुण उहदी इन्नी प्रैक्टिस हो गई सी, वो अपने आप नूं भी सप लड़ाउंदी रहिंदी सी, प्रैक्टिस करती रहिंदी सी। मुर्गे नूं जहर पिला देनी, मुर्गा मर जाना तो बंदे ने बच जाना। पर एक दिन मौत नाल खेलदी सी, पर एक दिन मौत खेल गई। इन्ना जोर की सप लड़िया, उन्होंने जहरीला सप लड़िया, 50 मुर्गे मर गए, पर वो जहर नहीं निकली। वो सारे भी पिछे हट गए। छड्ड खड़ोते खिले माए जिन स्यों लगा। मौत के उपर कोई जोर नहीं, क्योंकि यह अटल सच्चाई है। छड्ड खड़ोते खिड़े माए जिन स्यों लगा हेत, ते हालत की हो गई, हाथ मरोड़े तन कपे शाहो हुआ सेत। रंग बदल जाए, बॉडी का रंग बदल जाए, साह हुआ सी। पर नाल गुरु साहब फिर असीं जिंदे जिंदगी दे विच कर्म करते हैं, सतगुरु महाराज फिर लेखे की लगेगा। कहते जेहा बीजे सो लुणे कर्मा संधड़ा खेत। ये शरीर एक खेत है, शरीर खेत जो बीजीए सो अंत खलोआ आए। हुण कई बंदियां नूं बड़ा भुलेखा हुंदा भी मैं तो किसी का नहीं बुरा किया, मेरे नाल लोग बुरा क्यों करते। भाई घाह भी नहीं उगदा जिन्ने तक तुसीं बीजोगे नहीं बीज, घाह भी हरेक जगह नहीं उगदा। ताड़ी दोनों हत्थां नाल वजदी है, ताड़ी दोनों हत्थां नाल वजदी है। हाँ तुसीं करोगे उही तुहानूं फल मिलेगा, जो बीजोगे वो वड्डोगे। जेहा बीजे सो लुणे कर्मा संधड़ा खेत। पर किड्डी वड्डी बख्शिश है, तुसीं गुरु ग्रंथ साहब के सिख हो तो गुरु कदे निराश नहीं करता। तो सतगुरु ने अगली पंक्ति में स्पष्ट कर दिता, कहते नानक प्रभ शरणागति। हाँ जिहड़ा गुरु की शरण में आ जाता है, चरण बोहित प्रभ देत, अपने नाम के उपदेशों का जहाज दे दिंदा है, नाम का जहाज मिल जाता है। सतगुरु है बोहिथा बिरले किने विचारे। तुहानूं समझ आ गई कि गुरु तो जहाज है। सतगुरु है बोहिता बिरले किने विचारिया, जिने विचारिया कर कृपा पार उतार। तुसीं साखी बड़ी बारी सुनी है,
जिस वेले कलगीधर पातशाह महाराज सतलुज नदी दे विच मलाह दे कोल बैठे बेड़ी विच नदी नूं पार कर रहे हैं, तो उस मलाह का नाम लिखिया भाई सैदा, मुसलमान से। तो जदों नदी तट पर पहुँच गई, नदी के तट पर पहुँच गई बेड़ी, तो गुरु साहब जी ने अपने बोझे विचों अपनी जेब के विचों कुछ सिक्के कढ़े, वो भाई सैदे को आख्या, कहने लगे लै भी भाई तेरी मजदूरी। उन्हें बड़ा सोहना जवाब दिता, कहने लगा ਜਿਹੜੇ अपने कारोबार वाले बंदे होंगे ना, अपनी जाति के बंदे होंगे आ, उन्होंने कोल पैसे नहीं लईदे होंगे। सतगुरु कहते भाई तू चलाना बेड़ी, मैं तो कदे चलाई भी नहीं है, मैं कदे नहीं चलाई, तो आप एक जाति के किदां हो गए। कहन लगा सतगुरु महाराज आप एको बरादरी दे हैं। कहन लगे सतगुरु जिहड़ा मेरे घाट ते आउंदा है ना, बेड़ी विच बहिंदा, मैं उहनूं दूसरे पासे कर देना, नदी के किनारे ते ला देना, पर जिहड़ा तुहाडे चरनां विच आउंदा है तुसीं तां उहनूं भव सागर तो ही पार कर देना। संसार समुंदे तार गोबिंदे तार लै बाप बीठला, वो तारन जोगा है, गुरु तारदा है। बख्श किन्ने बेड़े तार दिते, किन्ने गुरु नानक ने तार दिते हैं। तो आप यही अरदास करते हैं, गुर तार तारण हारे, वो तारदा है। कौन तारदा है? बड़ी सोहनी सतगुर जी की बाणी है, नितनेमी गुरसिख रोज़ पढ़ते हैं, मेरे माधो जी सत संगत मिले सो तर जाता, डुबदा नहीं है। जिहड़ा सतगुर दे नाल जुड़ जाता है, सतगुरु महाराज के बचनों नाल जुड़ जाता है, वो डुबदा नहीं है, वो जरूर तरदा है। नानक प्रभ सरनागति चरण बोहित प्रभ देत, से भादोए नरक ना पाइए। भादो का महीना तो एक महीने का ना 31 दिन का आएगा, पर कईयां की जिंदगी भादो में निकल जाती, आ कर लीए या आ कर लीए, भी गुरुद्वारे भी चले जाइए, कड़ा भी पा लीए तो रखड़ी भी बन लीए, गुरुद्वारे भी चले जाइए तो व्रत भी रख लीए, बाणी भी पढ़ लीए तो मूर्तियां भी पूज लीए, पर सतगुरु तो बाणी भी पढ़ लीए भी पाहे गहे जब ते तुमरे तब ते को आख, ये भी पढ़ लीए कि सगल द्वार को छाड़ के गए तुहारो। भी गुरु साहब ने तो बड़ी बड़ी कृपा की है। मैं सोच रहा सी बैठा बैठा कि बड़ी कृपा साढ़े उपर, मैं अपने आप को भागा वाला समझदा तुहाडे विच रह के, भी खंडवा ही होना गुरुद्वारा इस मध्य प्रदेश में, आप ला लो दूर तो ना भी कितने गुरु साहब के पावे में रखड़ी बनी हो, नहीं तो भरे होंगे पावे की निशान साहब को भी भरा बनाया होंगे। अब तुहानूं पिछे भी सुनाया सी बाबा बकाला, रखड़ी वाले दिन घट्टो घट्ट 10,000 रखड़ी उन्होंने वो बन दी, जिहदे नाल वो निशान साहब चढ़ाते ना, वो कुर्सी पर बैठ के उन्होंने भरा बना लिया, रेहड़ी जी नहीं, वो भरा बन गई, रेहड़ी बन गई। तो किन्ने तुसी गुरु महाराज की तुहाडे उपर बख्शिश है कि इस जीवन को कमाते। एक अद्धा आया सी, थोड़ा बहुत होंगे ही है, कई जिहड़े नहीं मनते गुरु की गल, थोड़े बहुत होंगे कड़े के नाल रखड़ियां बनी फिरते हैं। तो सतगुरु महाराज कृपा करन कि असीं उहदे उपदेशां नूं धारण करिए। परसों 19 तरीक नूं पहला प्रकाश गुरपुरब आ रहा है। हुण पापा नानक शाही तो नहीं कह सकते, ये असीं हुण चलते उन्होंने नाल विक्रमी संमत के नाल, वो अगे पिछे दिन होंदे रहिंदे आ। पहला प्रकाश है, तो क्योंकि बाणी जिहड़ी है वो साडे जीवन का आधार है, तो जिहड़ा बाणी नाल जुड़दा है उहनूं फिर गुरु आप कृपा करता है, आप सतगुरु के उपर बख्शिश करता है। साडा जीवन ही बाणी है, बाणी गुरु, गुरु है बाणी विच बाणी, अमृत सारे गुर, बाणी कहे सेवक जन माने, प्रतख गुरु निस्तारे। सतगुरु महाराज कृपा कर, से भादोए नरक ना पाइए, गुर रखण वाला हेत, जिहड़ी साडी रखिया करनी है। मैं एक बेनती करा, एक बंदे ने मैनूं फोन किया है, कहने लगा वाहिगुरु अरदास नहीं सुनता, साडी अपनी अरदास ही नहीं सुन रहे, आप रोज़ करते हैं भी जगत जलंधर रख। मैं एको जवाब दिता सी, गुरु की कृपा के नाल, मैं कि सुनता है तो असीं जींदे हाँ, असीं बैठे हैं ना गुरु के चरणों में, सुन रहा है। कितनी दुनिया मर गई है, लखां लोग मर गए हैं, वो अरदास सुनता है। ये कदे ना कहो कि गुरु सुनता नहीं है। ये मन मत जाने हर दूर है, सदा देख दूर, सद सुनदा सद वेखदा, शब्द रहा भरपूर। वो सुन रहा है, हमेशा सुनता है। वो जिदन सुनना बंद कर देगा तो असीं खत्म हो जाएंगे। वो सुन रहा है तो वो हमेशा सुनता है। तो गुरु पातशाह के चरणों के विच ही अरदास करनी है, अपने वास्ते भी तो संसार के भले वास्ते भी।
ਇਹ ਅੱਜ ਲੋਕੀ ਮੰਗਦੇ ਆ ਨਾ ਸਰਬੱਤ ਦਾ ਭਲਾ। ਅਸੀਂ ਤਾਂ 2 ਦਿਨ ਟਾਈਮ ਮੰਗਦੇ ਆ। ਜਿੱਦਾਂ ਦਾ 550 ਸਾਲ ਤੋਂ ਸਿੱਖ ਪੰਥ ਬਣਿਆ ਉਦੋਂ ਦਾ ਗੁਰੂ ਨਾਨਕ ਸਾਹਿਬ ਭਲਾ ਮੰਗਦੇ ਆਏ ਆ। ਸਿੱਖ ਮੰਗਦਾ ਜਿੰਨੀ ਵਾਰੀ ਅਰਦਾਸ ਕਰੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਸਾਹਿਬ ਕਿਰਪਾ ਕਰਨ। ਸਮਾਂ ਤਾਂ ਮੈਨੂੰ 30 ਮਿੰਟ ਮਿਲਿਆ ਸੀ, 25 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਰਿਹਾ ਤੇ ਆਪ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦਿਆਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ